सतनाम श्री वाहिगुरु साहब जीओ। थाप्या ना जाए कीता ना होए, आपे आप निरंजन सोए। थाप्या ना जाए कीता ना होए, आपे आप निरंजन सोए। जन सेव्या तन पाया मान, नानक गाविया गुणी निधान। गाविया सुनिया मन रखिया भाओ, दुख पर हर सुख घर ले जाए। गुरमुख नादं गुरमुख वेदं, गुरमुख रिहा समाई। गुर ईसर गुर गोरख बर्मा गुर पार्वती माई। जे हो जाना आखा नाही, कहना कथन ना जाई। गुरा एक देह बुझाई, सबना जिया का एक दाता। सो मैं विसर ना जाई। गुरा एक देह बुझाई, सबना जिया का एक दाता। सो मैं विसर ना जाई। थाप्या ना जाए कीता ना होए। वाहिगुरु जी का खालसा, वाहिगुरु जी की फतेह। परम सन्मानयोग सतगुरु महाराज दी साजी नवाजी होई। गुरु खालसा साध संगत जीओ, सतगुरु ने अपार बख्शिश कीती। आप संगतां संध्या समय दे सतगुरु दे पावन पवित्र सोहने दरबार दियां हाजरियां भर रहे हो। सतगुरु दी अपार रहमत दा सदका आप संगतां साहिब श्री गुरु ग्रंथ साहिब जी दी लड़ीवार कथा सरवण कर रहे हो। साहिब श्री गुरु ग्रंथ साहिब जी दे आरंभ दे विच जपजी साहब बाणी लिखी हुई है। इस जपजी साहिब बाणी नूं प्रधान बाणी भी आख्या जाता है। इस बाणी दे अंदर धन गुरु नानक देव महाराज सच्चे पातशाह ने साडे जिंदगी दे अनेक पक्षां तो सानू भरपूर जानकारी बख्शिश की है। कुछ ऐसे अध्यात्मक सवाल भी हैं जिन्हां दा हल सानू होर किधरे नहीं मिल सकता। जदों धन गुरु नानक देव महाराज दे चरणां दे विच असीं अरदास बेनती करते हाँ, गुरु दी रहमत गुरु दी बख्शिश दे नाल सानू हर सवाल दा जवाब सतगुरु दी बाणी द्वारा प्राप्त हो जाता है। पिछे आप संगतां 4 पौड़ियां दी कथा सरवण कर चुके हो। हुण धन गुरु नानक देव महाराज दे चरणां दे विच गुरसिखां ने सवाल किया कि ऐ गरीब नवाज सतगुरु जीओ,
ਤੁਸਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਾਚਾ ਸਾਹਿਬ, ਸੱਚਾ ਪਾਤਸ਼ਾਹ, ਸੱਚਾ ਮਾਲਕ ਆਖਿਆ ਹੈ। ਤੇ ਮਹਾਰਾਜ ਸਾਨੂੰ ਕਿਰਪਾ ਕਰਕੇ ਦੱਸੋ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਉਸ ਦੀ ਬਾਦਸ਼ਾਹੀ ਤੇ ਕਿਸ ਨੇ ਥਾਪਿਆ ਹੈ, ਕਿਸ ਨੇ ਬਿਠਾਇਆ ਹੈ। ਦੂਸਰਾ ਸਵਾਲ ਸਤਿਗੁਰੂ ਦੇ ਚਰਨਾਂ ਦੇ ਵਿੱਚ ਇਹ ਕੀਤਾ ਕਿ ਐ ਗਰੀਬ ਨਿਵਾਜ ਸਤਿਗੁਰੂ ਜੀਓ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਜੇ ਉਸ ਵਾਹਿਗੁਰੂ ਪਰਮੇਸ਼ਰ ਨੇ ਕਿਸੇ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਨੇ ਥਾਪਿਆ ਨਹੀਂ ਹੈ, ਫਿਰ ਕਿਸੇ ਨੇ ਉਸ ਨੂੰ ਪੈਦਾ ਤੇ ਕੀਤਾ ਹੀ ਹੋਣਾ, ਇਹਦੇ ਬਾਰੇ ਸਾਨੂੰ ਦੱਸੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਇਹ ਜੋ ਦੋ ਪ੍ਰਸ਼ਨ ਹਨ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਉਸ ਦੇ ਤਖਤ ਤੇ, ਉਸ ਦੀ ਬਾਦਸ਼ਾਹਤ ਤੇ ਕਿਸ ਨੇ ਥਾਪਿਆ ਹੈ, ਕਿਸ ਨੇ ਬੈਠਾਇਆ ਹੈ। ਦੂਸਰਾ, ਉਸ ਨੂੰ ਕਿਸ ਨੇ ਪੈਦਾ ਕੀਤਾ ਹੈ। ਇਹਦਾ ਜਵਾਬ ਕਿਵੇਂ ਦਿੰਦੇ ਹਨ? ਲਓ ਆਪ ਸੰਗਤਾਂ ਬਹੁਤ ਪ੍ਰੇਮ ਤੇ ਇਕਾਗਰਤਾ ਦੇ ਨਾਲ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਥਾਪਿਆ ਨਾ ਜਾਏ, ਕੀਤਾ ਨਾ ਹੋਏ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਥਾਪਿਆ ਨਾ ਜਾਏ, ਨਾ ਹੀ ਥਾਪਿਆ ਜਾ ਸਕਦਾ ਹੈ। ਭਾਵ ਕਿਸੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਬਾਦਸ਼ਾਹ ਤੇ ਬੈਠਾਇਆ ਹੋਵੇਗਾ, ਐਸਾ ਉਹਦੇ ਬਾਰੇ ਸੋਚਣਾ, ਕਿਆਸ ਕਰਨਾ, ਇਹ ਇੱਕ ਅਸੰਭਵ ਜਿਹੀ ਗੱਲ ਹੈ। ਕਿਉਂ? ਹਜ਼ੂਰ ਕਹਿੰਦੇ ਥਾਪਿਆ ਨਾ ਜਾਏ। ਉਹ ਕਿਸੇ ਦਾ ਥਾਪਿਆ ਤੇ ਜਾ ਹੀ ਨਹੀਂ ਸਕਦਾ। ਜਿਵੇਂ ਆਮ ਤੌਰ ਤੇ ਆਪਾਂ ਇਹ ਗੱਲ ਅਕਸਰ ਹੀ ਕਹਿ ਦਿੰਦੇ ਹਾਂ ਬਈ ਫਲਾਣੇ ਆਦਮੀ ਨੂੰ ਫਲਾਣੇ ਨੇ ਆਪਣੀ ਜਗ੍ਹਾ ਤੇ ਥਾਪ ਦਿੱਤਾ ਹੈ, ਕਿਸੇ ਉਤਰਾ ਅਧਿਕਾਰੀ ਨੂੰ ਆਪਣਾ ਜਾਨਸ਼ੀਨ ਥਾਪ ਦਿੱਤਾ ਹੈ। ਇਸ ਤਰ੍ਹਾਂ ਥਾਪਿਆ ਨਾ ਜਾਏ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਦਾ ਜਾਨਸ਼ੀਨ ਨਹੀਂ ਥਾਪਿਆ ਜਾ ਸਕਦਾ। ਕਿਉਂਕਿ ਜੇ ਆਪਾਂ ਇਹ ਗੱਲ ਮੰਨ ਲਈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਨੇ ਆਪਣੀ ਥਾਂ ਤੇ ਜਾਨਸ਼ੀਨ ਥਾਪਿਆ ਹੈ, ਫਿਰ ਇਹਦਾ ਮਤਲਬ ਵੀ ਉਸ ਤੋਂ ਪਹਿਲਾਂ ਵੀ ਕੋਈ ਹੋਰ ਰੱਬ ਹੋਵੇਗਾ। ਨਹੀਂ, ਐਸੀ ਕੋਈ ਗੱਲ ਨਹੀਂ। ਹਜ਼ੂਰ ਨੇ ਪਹਿਲਾਂ ਹੀ ਇਸ ਗੱਲ ਦਾ ਫੈਸਲਾ ਕਰ ਦਿੱਤਾ ਹੈ, ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਵਾਹਿਗੁਰੂ ਤਿੰਨੇ ਕਾਲਾਂ ਦੇ ਅੰਦਰ ਤੇ ਜਿਹੜੇ ਸੰਧੀ ਕਾਲ ਨੇ ਉਹਨਾਂ ਦੇ ਵਿੱਚ ਵੀ ਪਰਿਪੂਰਨ ਹੈ। ਇਸ ਲਈ ਥਾਪਿਆ ਨਾ ਜਾਏ। ਉਹ ਕਿਸੇ ਵੱਲੋਂ ਥਾਪਿਆ ਨਹੀਂ ਜਾ ਸਕਦਾ, ਕੀਤਾ ਨਾ ਹੋਏ, ਤੇ ਨਾ ਹੀ ਕਿਸੇ ਦਾ ਪੈਦਾ ਕੀਤਾ ਹੋਇਆ ਉਹ ਪੈਦਾ ਹੀ ਹੁੰਦਾ। ਜਿਵੇਂ ਆਮ ਤੌਰ ਤੇ ਮਾਤਾ ਪਿਤਾ ਬੱਚੇ ਨੂੰ ਜਨਮ ਦਿੰਦੇ ਹਨ, ਪਰ ਉਹ ਅਕਾਲ ਪੁਰਖ ਵਾਹਿਗੁਰੂ ਇਸ ਤਰ੍ਹਾਂ ਕਿਸੇ ਦਾ ਪੈਦਾ ਕੀਤਾ ਹੋਇਆ ਵੀ ਪੈਦਾ ਨਹੀਂ ਹੁੰਦਾ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਸਪਸ਼ਟ ਕੀਤਾ ਹੈ, ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ। ਮੂਲ ਮੰਤਰ ਦੇ ਅੰਦਰ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਜੂਨੀ ਸ਼ਬਦ ਲਿਖ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜੂਨਾਂ ਤੋਂ ਰਹਿਤ, ਜਨਮ ਤੋਂ ਮੁਕਤ
ਸਪਸ਼ਟ ਕੀਤਾ ਹੈ। ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਨਾ ਤੇ ਕਿਸੇ ਦਾ ਜਾਨਸ਼ੀਨ ਹੀ ਥਾਪਿਆ ਜਾ ਸਕਦਾ ਹੈ ਤੇ ਨਾ ਹੀ ਉਸ ਨੂੰ ਕੋਈ ਪੈਦਾ ਕਰਨ ਵਾਲਾ ਕੋਈ ਉਸ ਤੋਂ ਹੋਰ ਵੱਖਰਾ ਹੈ। ਤੇ ਫਿਰ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਤਾਂ ਦੱਸੋ ਫਿਰ ਉਹ ਕਿਵੇਂ ਹੋਂਦ ਵਿੱਚ ਆਇਆ ਹੈ। ਇਹਦਾ ਜਵਾਬ ਅਗਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਹਨ। ਆਪੇ ਆਪ ਨਿਰੰਜਨ ਸੋਇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਨਿਰੰਜਨ ਦਾ ਅਰਥ ਹੈ ਸ਼ੁੱਧ ਸਰੂਪ। ਕਿਉਂਕਿ ਨਿਰੰਜਨ ਸ਼ਬਦ ਨਿਰਅੰਜਨ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ਅੰਜਨ ਕਹਿੰਦੇ ਨੇ ਸੁਰਮੇ ਨੂੰ। ਸੁਰਮੇ ਦਾ ਰੰਗ ਕਾਲਾ ਹੁੰਦਾ ਹੈ। ਇੱਧਰ ਮਾਇਆ ਦਾ, ਅਗਿਆਨ ਦਾ, ਅਵਿਦਿਆ ਦਾ, ਮੋਹ ਦਾ ਰੰਗ ਵੀ ਕਾਲਾ ਹੀ ਮੰਨਿਆ। ਜਿਹੜਾ ਮੋਹ ਮਾਇਆ ਤੋਂ ਰਹਿਤ ਹੋਵੇ ਉਸ ਨੂੰ ਕਹਿੰਦੇ ਨੇ ਨਿਰੰਜਨ। ਉਹ ਅਕਾਲ ਪੁਰਖ ਵਾਹਿਗੁਰੂ ਨਿਰੰਜਨ ਸ਼ੁੱਧ ਸਰੂਪ ਹੈ। ਨਾ ਉਸ ਨੂੰ ਕਿਸੇ ਨੇ ਪੈਦਾ ਹੀ ਕੀਤਾ ਹੈ ਤੇ ਨਾ ਹੀ ਕਿਸੇ ਨੇ ਉਸ ਨੂੰ ਜਾਨਸ਼ੀਨ ਥਾਪਿਆ ਹੈ। ਆਪੇ ਆਪ ਨਿਰੰਜਨ ਸੋਏ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਾਂ ਭਾਈ ਆਪਣੇ ਆਪ ਤੋਂ ਹੀ ਹੈ। ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸੁੰਦਰ ਖਿਆਲ ਪੇਸ਼ ਕੀਤਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ। ਉੱਥੇ ਵੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਸ਼ੇਖ ਬ੍ਰਹਮ ਨੇ ਸਵਾਲ ਕੀਤਾ ਸੀ ਕਿ ਮਹਾਰਾਜ ਮੈਨੂੰ ਇਹ ਦੱਸੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਿਸ ਨੇ ਪੈਦਾ ਕੀਤਾ ਹੈ। ਤਾਂ ਹਜ਼ੂਰ ਨੇ ਇਸ ਦਾ ਜਵਾਬ ਦਿੱਤਾ, ਆਪੀ ਨੇ ਆਪ ਸਾਜਿਓ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਆਪ ਨੂੰ, ਆਪਣੇ ਵਜੂਦ ਨੂੰ ਆਪਣੇ ਆਪ ਤੋਂ ਹੀ ਪੈਦਾ ਕੀਤਾ ਹੈ। ਗੱਲ ਸਪਸ਼ਟ ਕਰ ਦਿੱਤੀ, ਆਪੀ ਨੇ ਆਪ ਸਾਜਿਓ। ਉਸ ਅਕਾਲ ਪੁਰਖ ਨੇ ਆਪਣੇ ਆਪ ਨੂੰ ਆਪ ਹੀ ਸਾਜਿਆ ਹੈ। ਦੂਸਰੇ ਨੰਬਰ ਤੇ ਸਤਿਗੁਰੂ ਨੇ ਇਹ ਗੱਲ ਵੀ ਸਮਝਾ ਦਿੱਤੀ, ਆਪੀ ਨੇ ਰਚਿਓ ਨਾਓ। ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਨਾਮ ਵੀ ਆਪ ਹੀ ਉਸਨੇ ਸਿਰਜਿਆ ਹੈ। ਆਪਣੇ ਵਜੂਦ ਨੂੰ ਤੇ ਆਪਣੇ ਨਾਮ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਪੈਦਾ ਕੀਤਾ ਹੈ। ਹੁਣ ਜਿਵੇਂ ਆਪਣੇ ਘਰ ਕੋਈ ਬੱਚਾ ਜਨਮ ਲੈਂਦਾ ਹੈ, ਜਨਮ ਦੇਣ ਵਾਲੇ ਮਾਤਾ ਪਿਤਾ ਵੀ ਵੱਖਰੇ ਹੁੰਦੇ ਨੇ ਤੇ ਉਸ ਦਾ ਨਾਮ ਵੀ ਮਾਤਾ ਪਿਤਾ ਹੀ ਰੱਖਦੇ ਨੇ। ਪਰ ਹਜ਼ੂਰ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਤੇ ਇਹ ਨਿਯਮ ਲਾਗੂ ਨਹੀਂ ਹੋ ਸਕਦਾ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਵਜੂਦ ਨੂੰ, ਆਪਣੇ ਸਰੂਪ ਨੂੰ ਆਪ ਹੀ ਸਾਜਿਆ ਤੇ ਆਪ ਹੀ ਉਸਨੇ ਆਪਣੇ ਨਾਮ ਨੂੰ ਰਚਿਆ ਹੈ। ਹਜ਼ੂਰ ਕਹਿੰਦੇ ਹਾਂ, ਦੋਈ ਕੁਦਰਤ ਸਾਜੀ ਹੈ। ਪਹਿਲਾਂ ਉਸਨੇ ਆਪਣੇ ਵਜੂਦ ਨੂੰ ਘੜਿਆ ਤੇ ਫਿਰ ਉਸਨੇ ਆਪਣੇ ਨਾਮ ਦੀ ਰਚਨਾ ਕੀਤੀ। ਨਾਮ ਤੇ ਨਾਮੀ ਦੋਵੇਂ ਇੱਕ ਰੂਪ ਸਨ। ਨਾਮ ਤੇ ਨਾਮੀ ਦੇ ਵਿੱਚ ਕੋਈ ਫਰਕ ਨਹੀਂ ਮੰਨਿਆ ਜਾ ਸਕਦਾ। ਦੂਜੀ, ਦੋਈ ਕੁਦਰਤ ਸਾਜੀ ਹੈ। ਦੂਸਰੇ ਨੰਬਰ ਤੇ ਵਾਹਿਗੁਰੂ ਨੇ ਕੁਦਰਤ ਦੀ ਸਾਜਨਾ ਕੀਤੀ। ਜਿਹੜੀ ਕੁਦਰਤ ਹੈ ਇਹ ਇੱਕ ਸ਼ਕਤੀ ਹੈ। ਇਸ ਨੂੰ ਮਾਇਆ ਵੀ, ਪ੍ਰਕਿਰਤੀ ਵੀ, ਪ੍ਰਧਾਨ ਵੀ, ਸਭ ਕੁਝ ਆਖਿਆ ਜਾ ਸਕਦਾ ਹੈ। ਅਕਾਲ ਪੁਰਖ ਨੇ ਦੂਸਰੇ ਨੰਬਰ ਤੇ ਕੁਦਰਤ ਦੀ ਸਿਰਜਣਾ ਕੀਤੀ। ਦੋਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ। ਫਿਰ ਉਸ ਕੁਦਰਤ ਦੇ ਸਿੰਘਾਸਨ ਦੇ ਉੱਪਰ ਆਸਣ ਲਾ ਕੇ ਅਕਾਲ ਪੁਰਖ ਵਾਹਿਗੁਰੂ ਬੈਠਾ ਤੇ ਫਿਰ ਉਸਨੇ ਸਾਰੇ ਸੰਸਾਰ ਦੀ ਰਚਨਾ ਕੀਤੀ। ਇਸ ਢੰਗ ਦੇ ਨਾਲ ਹਜ਼ੂਰ ਫਰਮਾਉਂਦੇ ਹਨ, ਆਪੇ ਆਪ ਨਿਰੰਜਨ ਸੋਏ। ਉਹ ਨਿਰੰਜਨ ਸ਼ੁੱਧ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਭਾਈ, ਉਹ ਆਪਣੇ ਆਪ ਤੋਂ ਹੀ ਪੈਦਾ ਹੋਇਆ ਹੈ। ਕੋਈ ਉਸ ਨੂੰ ਹੋਰ ਪੈਦਾ ਕਰਨ ਵਾਲਾ ਨਹੀਂ ਸੀ, ਨਾ ਹੀ ਕੋਈ ਉਸ ਨੂੰ ਜਾਨਸ਼ੀਨ ਥਾਪਣ ਵਾਲਾ ਹੈ।
ਇਸ ਲਈ ਉਹ ਅਕਾਲ ਪੁਰਖ ਵਾਹਿਗੁਰੂ ਤੇ ਪਾਈ ਆਪਣੇ ਆਪ ਤੋਂ ਹੀ ਹੈ। ਜਿਨ ਸੇਵਿਆ ਤਿਨਹਿ ਪਾਇਆ ਮਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫੇਰ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਤੁਸਾਂ ਇਹ ਤੇ ਸਮਝਾ ਦਿੱਤਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਾ ਕਿਸੇ ਨੇ ਪੈਦਾ ਕੀਤਾ, ਨਾ ਹੀ ਕਿਸੇ ਨੇ ਉਸ ਨੂੰ ਜਾਨਸ਼ੀਨ ਥਾਪਿਆ, ਉਹ ਆਪਣੇ ਆਪ ਤੋਂ ਹੀ ਹੈ, ਉਹ ਖੁਦ ਬਾ ਖੁਦ ਹੀ ਸਭ ਕੁਝ ਹੈ। ਪਰ ਮਹਾਰਾਜ ਜਿਹੜੇ ਸੰਤ ਭਗਤ ਮਹਾਂਪੁਰਖ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਹਨ ਤੇ ਫਿਰ ਉਹਨਾਂ ਨੂੰ ਕੀ ਮਿਲਦਾ ਹੈ? ਹਜ਼ੂਰ ਇਸ ਦਾ ਜਵਾਬ ਦਿੰਦੇ ਹਨ, ਜਿਨ ਸੇਵਿਆ ਤਿਨ ਪਾਇਆ ਮਾਨ। ਜਿਸ ਨੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕੀਤੀ। ਅਕਾਲ ਪੁਰਖ ਦੀ ਸੇਵਾ ਕੀ ਹੋ ਸਕਦੀ ਹੈ? ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਰੂਪ ਨਾ ਰੇਖ ਨਾ ਰੰਗ ਕੈਸ਼ ਤ੍ਰਿਹੁ ਗੁਣ ਤੇ ਪ੍ਰਭ ਪੈਨ। ਤਿਸਾ ਹੈ 부ਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਉਹ ਕਿਸੇ ਰੰਗ ਰੂਪ ਵਾਲਾ ਤੇ ਹੈ ਨਹੀਂ, ਉਹਦੀ ਸੇਵਾ ਕਿਵੇਂ ਹੋ ਸਕਦੀ ਹੈ? ਕਿਉਂਕਿ ਅਸੀਂ ਜਿੱਥੋਂ ਤੱਕ ਸੇਵਾ ਦਾ ਮਤਲਬ ਸਮਝਦੇ ਹਾਂ, ਜਿਵੇਂ ਕੋਈ ਦੇਹਧਾਰੀ ਹੁੰਦਾ ਹੈ, ਆਪਾਂ ਉਸ ਦੀ ਮੁੱਠੀ ਚਾਪੀ ਦੀ ਸੇਵਾ ਕਰਦੇ ਹਾਂ, ਉਸ ਦੇ ਬਸਤਰ ਧੋ ਦਿੰਦੇ ਹਾਂ, ਕੋਈ ਉਸ ਨੂੰ ਅੰਨ ਪਾਣੀ ਛਕਾ ਦਿੰਦੇ ਹਾਂ। ਅਸੀਂ ਦੇਹਧਾਰੀ ਦੀ ਸੇਵਾ ਦੇ ਮਤਲਬ ਨੂੰ ਤਾਂ ਸਮਝਦੇ ਹਾਂ, ਪਰ ਜਿਹੜਾ ਹੈ ਹੀ ਨਿਰਾਕਾਰ ਤੇ ਹੈ ਹੀ ਸਰੀਰਾਂ ਤੋਂ ਰਹਿਤ, ਉਹਦੀ ਸੇਵਾ ਕਿਵੇਂ ਹੋ ਸਕਦੀ ਹੈ? ਜਦੋਂ ਇਹੋ ਜਿਹੇ ਗੂੜ ਪ੍ਰਸ਼ਨਾਂ ਦੀ ਆਪਾਂ ਵਿਚਾਰ ਕਰਦੇ ਹਾਂ, ਸਤਿਗੁਰੂ ਦੀ ਬਾਣੀ ਵਿੱਚ ਇਹਨਾਂ ਗੱਲਾਂ ਦਾ ਵੀ ਬਹੁਤ ਸੋਹਣਾ ਜਵਾਬ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਇੱਕ ਥਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਵਾਹਿਗੁਰੂ ਦੀ ਸੇਵਾ ਦੇ ਵਿੱਚ ਬਹੁਤ ਵੱਡੇ ਵੱਡੇ ਖਜ਼ਾਨੇ ਲੁਕੇ ਹੋਏ ਹਨ, ਪਰ ਉਹ ਸੇਵਾ ਹੈ ਕਿ ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਜਿਹੜਾ ਆਪਣੇ ਮੁਖ ਤੋਂ ਅੰਮ੍ਰਿਤ ਰੂਪ ਨਾਮ ਉਚਾਰਨ ਕਰਨਾ ਹੈ, ਵਾਹਿਗੁਰੂ 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 ਉਚਾਰਨ ਕਰਨਾ ਹੈ, ਇਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਹੈ। ਧੁਰ ਕੀ ਸੇਵਾ ਰਾਮ ਰਵੀਜੈ। ਵਾਹਿਗੁਰੂ ਦਾ ਜਸ ਕਰਨਾ, ਵਾਹਿਗੁਰੂ ਦਾ ਨਾਮ ਉਚਾਰਨ ਕਰਨਾ, ਇਹ ਉਸ ਦੀ ਸੇਵਾ ਹੈ। ਇੱਕ ਥਾਂ ਤੇ ਕੁਛ ਪੰਡਤਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਸਵਾਲ ਕੀਤਾ, ਸੱਚੇ ਪਾਤਸ਼ਾਹ ਅਸੀਂ ਲੋਕ ਸਰਗੁਣ ਦੀ ਪੂਜਾ ਉਪਾਸਨਾ ਕਰਦੇ ਹਾਂ, ਪਰ ਤੁਸੀਂ ਨਿਰਗੁਣ ਸਰੂਪ ਉਸ ਨਿਰਾਕਾਰ ਦੀ ਭਗਤੀ ਦਾ ਉਪਦੇਸ਼ ਦਿੰਦੇ ਹੋ, ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਉਸ ਨਿਰਾਕਾਰ ਦੀ ਪੂਜਾ, ਉਸ ਦੀ ਉਪਾਸਨਾ ਕਿਵੇਂ ਹੋ ਸਕਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਜਵਾਬ ਦਿੱਤਾ। ਕਹਿਣ ਲੱਗੇ, ਲਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਸ ਨਿਰਾਕਾਰ ਦੀ ਸੇਵਾ ਕਿਵੇਂ ਹੋ ਸਕਦੀ ਹੈ। ਤੇਰਾ ਨਾਮ ਕਰੀ ਚਨਨਾਠੀਆ, ਜੇ ਮਨ ਉਰਸਾ ਹੋਏ, ਕਰਨੇ ਕੁੰਗੂ ਜੇਰਲੈ ਘਟ ਅੰਤਰ ਪੂਜਾ ਹੋਏ। ਪੂਜਾ ਕੀਚੈ ਨਾਮ ਤੇ ਆਈਐ, ਬਿਨ ਨਾਵੈ ਪੂਜ ਨਾ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਰੀ ਗੱਲ ਸਪਸ਼ਟ ਕਰ ਦਿੱਤੀ। ਜਿਹੜੇ ਸਰਗੁਣ ਦੇ ਉਪਾਸ਼ਕ ਸਨ, ਉਹਨਾਂ ਨੂੰ ਸਤਿਗੁਰੂ ਕਹਿਣ ਲੱਗੇ, ਭਾਈ ਜੇ ਨਿਰਗੁਣ ਦੀ ਪੂਜਾ ਕਰਨੀ ਹੈ, ਉਹ ਨਾਮ ਦੇ ਨਾਲ ਹੀ ਹੋ ਸਕਦੀ ਹੈ। ਤੇਰਾ ਨਾਮ ਕਰੀ ਚਨਨਾਠੀਆ। ਹਜ਼ੂਰ ਕਹਿੰਦੇ, ਹੈ ਵਾਹਿਗੁਰੂ ਅਸੀਂ ਤੇਰਾ ਨਾਮ ਚੰਦਨ ਬਣਾਇਆ ਹੈ, ਕਿਉਂਕਿ ਲੋਕ ਚੰਦਨ ਘਸਾ ਕੇ ਪੂਜਾ ਕਰਦੇ ਸਨ। ਤੇਰਾ ਨਾਮ ਕਰੀ ਚਨਨਾਠੀਆ, ਜੇ ਮਨ ਉਰਸਾ ਹੋਏ। ਇਹ ਮਨ ਨੂੰ ਅਸੀਂ ਉਰਸਾ, ਉਹ ਇੱਕ ਸਿਲਾ ਬਣਾਇਆ ਹੋਇਆ ਹੈ ਜਿਹਦੇ ਉੱਤੇ ਚੰਦਨ ਘਸਾਇਆ ਜਾਂਦਾ ਹੈ। ਅਸੀਂ ਆਪਣੇ ਮਨ ਨੂੰ ਸਿਲਾ ਬਣਾ ਕੇ, ਪੱਥਰ ਦਾ ਟੁਕੜਾ ਬਣਾ ਕੇ
ਉਹਦੇ ਉੱਤੇ ਤੇਰੇ ਨਾਮ ਦਾ ਚੰਦਨ ਰੱਖ ਕੇ ਘਸਾਉਂਦੇ ਹਾਂ। ਭਾਵ ਬਾਰ-ਬਾਰ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ। ਇਹੀ ਮਾਨੋ ਚੰਦਨ ਰਗੜ ਰਹੇ ਹਾਂ। ਤੇਰਾ ਨਾਮ ਕਰੀ ਚਨਰਾਠੀਆ, ਜੇ ਮਨ ਉਰਸਾ ਹੋਏ, ਕਰਨੇ ਕੁੰਗੂ ਜੇ ਰਲੈ। ਚੰਦਨ ਦੇ ਵਿੱਚ ਕੇਸਰ ਵੀ ਮਿਲਾਇਆ ਜਾਂਦਾ ਪੂਜਾ ਕਰਨ ਦੇ ਸਮੇਂ। ਹਜ਼ੂਰ ਕਹਿੰਦੇ ਇਹ ਤੇਰੀ ਭਗਤੀ ਦਾ ਕਰਨੀ ਕੁੰਗੂ ਜੇ ਰਲੈ। ਕਰਨੀ ਦਾ ਅਰਥ ਹੈ ਭਗਤੀ। ਤੇਰੀ ਭਗਤੀ ਦਾ ਉਹਦੇ ਵਿੱਚ ਕੇਸਰ ਵੀ ਅਸੀਂ ਰਲਾਇਆ ਹੈ। ਤੇਰੇ ਨਾਮ ਦੇ ਚੰਦਨ ਨੂੰ ਰਗੜ ਕੇ ਫਿਰ ਉਹਦੇ ਵਿੱਚ ਭਗਤੀ ਦਾ ਕੇਸਰ ਮਿਲਾਇਆ ਹੈ। ਘਟ ਅੰਤਰ ਪੂਜਾ ਹੋਏ। ਹਜ਼ੂਰ ਕਹਿੰਦੇ ਫਿਰ ਉਸ ਵਾਹਿਗੁਰੂ ਦੀ ਪੂਜਾ ਬਾਹਰ ਨਹੀਂ, ਬਲਕਿ ਅੰਤਰ ਆਤਮਾ ਹੀ ਉਹਦੀ ਪੂਜਾ ਹੁੰਦੀ ਹੈ। ਇਹ ਮਾਨਸੀ ਪੂਜਾ ਦਾ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਹੈ। ਅੱਗੇ ਸਪਸ਼ਟ ਕਹਿ ਦਿੱਤਾ, ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਜੇ ਤੁਸੀਂ ਨਿਰੰਕਾਰ ਦੀ ਪੂਜਾ ਕਰਨੀ ਹੈ ਫਿਰ ਉਹਦੇ ਨਾਮ ਨੂੰ ਧਿਆਓ, ਉਹਦਾ ਸਿਮਰਨ ਕਰੋ, ਇਹੀ ਉਹਦੀ ਪੂਜਾ ਹੈ। ਪਿਛਲੀ ਪੌੜੀ ਦੇ ਵਿੱਚ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ ਸੀ, ਫੇਰ ਕੀ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਮਹਾਰਾਜ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਕਿਹੜਾ ਨਜ਼ਰਾਨਾ ਭੇਟ ਕਰੀਏ, ਕਿਹੜੀ ਭੇਟਾ ਉਹਦੇ ਚਰਨਾਂ ਵਿੱਚ ਨਿਵੇਦਨ ਕਰੀਏ। ਤਾਂ ਹਜ਼ੂਰ ਨੇ ਜਵਾਬ ਦਿੱਤਾ ਸੀ, ਅੰਮ੍ਰਿਤ ਵੇਲਾ ਸੱਚ ਨਾਮ। ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦੀ ਭੇਟਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰੋ। ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਹਜ਼ੂਰ ਕਹਿੰਦੇ ਨੇ ਇਸ ਢੰਗ ਦੇ ਨਾਲ ਵਾਹਿਗੁਰੂ ਖੁਸ਼ ਹੁੰਦਾ ਹੈ। ਪੂਜਾ ਕੀਚੈ ਨਾਮ ਤੇ ਆਈਐ, ਉਸ ਵਾਹਿਗੁਰੂ ਦੇ ਨਾਮ ਨੂੰ ਧਿਆਓ ਤੇ ਇਹੀ ਉਹਦੀ ਪੂਜਾ ਹੈ। ਬਿਨ ਨਾਵੈ ਪੂਜ ਨਾ ਹੋਏ। ਨਾਮ ਤੋਂ ਬਿਨਾਂ ਉਹਦੀ ਹੋਰ ਕਿਸੇ ਢੰਗ ਦੇ ਨਾਲ ਪੂਜਾ ਹੋ ਹੀ ਨਹੀਂ ਸਕਦੀ। ਨਿਰੰਕਾਰ ਦੀ ਪੂਜਾ ਉਹਦਾ ਨਾਮ ਜਪਣਾ ਹੀ ਹੈ। ਨਿਰੰਕਾਰ ਦੀ ਪੂਜਾ ਉਹਦਾ ਸਿਮਰਨ ਕਰਨਾ ਹੀ ਹੈ। ਹਜ਼ੂਰ ਕਹਿੰਦੇ ਨੇ ਜਿਨ ਸੇਵਿਆ, ਜਿਸ ਨੇ ਉਸ ਨਿਰੰਕਾਰ ਨੂੰ ਸੇਵਿਆ ਹੈ, ਤਿਨ ਪਾਇਆ ਮਾਨ। ਉਸਨੇ ਵਾਹਿਗੁਰੂ ਦੇ ਦਰ ਘਰ ਤੋਂ ਮਾਨ ਦਾ ਅਰਥ ਹੈ ਮਾਣ ਸਨਮਾਨ ਹਾਸਲ ਕੀਤਾ ਹੈ, ਕਿਉਂਕਿ ਸੇਵਾ ਦੇ ਨਾਲ ਮਾਣ ਦਾ ਸੰਬੰਧ ਹੈ। ਗੁਰੂ ਘਰ ਦੀ ਵੀ ਇਹ ਇੱਕ ਪਰੰਪਰਾ ਹੈ, ਜੇ ਕੋਈ ਗੁਰਸਿੱਖ ਮਾਈ ਭਾਈ ਕੋਈ ਸੇਵਾ ਕਰਦਾ ਹੈ, ਕੋਈ ਵਿਸ਼ੇਸ਼ ਸੇਵਾ ਕਰਦਾ ਹੈ, ਤਾਂ ਉਸਨੂੰ ਗੁਰੂ ਘਰ ਵੱਲੋਂ ਸਰੋਪਾਓ ਦਿੱਤਾ ਜਾਂਦਾ ਹੈ। ਇਹ ਇੱਕ ਮਾਣ ਹੁੰਦਾ ਹੈ, ਇਹ ਇੱਕ ਸਤਿਕਾਰ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਜਿਸ ਨੇ ਉਸ ਮਾਲਕ ਦੀ ਸੇਵਾ ਕੀਤੀ ਹੈ, ਤਿਨ ਪਾਇਆ ਮਾਨ। ਉਹਨਾਂ ਨੂੰ ਵੀ ਮਾਣ ਪ੍ਰਾਪਤ ਹੋਇਆ ਹੈ, ਉਹਨਾਂ ਨੂੰ ਵੀ ਸਰੋਪਾਓ ਮਿਲਿਆ ਹੈ। ਉਹ ਕਿਹੜਾ ਸਰੋਪਾਓ ਹੈ? ਉਹ ਹੈ ਦਰਗਾਹੀ ਸਨਮਾਨ ਦਾ, ਉਹ ਹੈ ਪ੍ਰੇਮਾ ਭਗਤੀ ਦਾ, ਉਹ ਹੈ ਬ੍ਰਹਮ ਗਿਆਨ ਦਾ। ਹਜ਼ੂਰ ਕਹਿੰਦੇ ਨੇ ਜਿਸ ਨੇ ਵੀ ਵਾਹਿਗੁਰੂ ਦੀ ਸੇਵਾ ਕੀਤੀ, ਭਾਵ ਨਾਮ ਜਪਿਆ, ਸਿਮਰਨ ਕੀਤਾ ਹੈ, ਉਸ ਨੂੰ ਵਾਹਿਗੁਰੂ ਦੀ ਦਰਗਾਹ ਤੋਂ ਇਹ ਮਾਣ ਪ੍ਰਾਪਤ ਹੋਇਆ ਹੈ। ਉਹਨੂੰ ਪ੍ਰੇਮਾ ਭਗਤੀ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਈ। ਜਿਸ ਨੇ ਸੇਵਾ ਕੀਤੀ ਉਹਨੂੰ ਗੁਰੂ ਘਰ ਤੋਂ ਮਾਣ ਪ੍ਰਾਪਤ ਹੋਇਆ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਹੋਏ ਔਰ ਉਹਨਾਂ ਨੇ ਸੇਵਾ ਦੇ ਬਾਰੇ ਭਰਪੂਰ ਪ੍ਰੇਰਣਾ ਵੀ ਕੀਤੀ ਤੇ ਨਾਲ ਉਹਦਾ ਫਲ ਵੀ ਦਰਸਾਇਆ। ਵਿੱਚ ਦੁਨੀਆ ਸੇਵ ਕਮਾਈਐ, ਤੋ ਦਰਗਹਿ ਬੈਸਣ ਪਾਈਐ। ਇਹ ਸੇਵਾ ਦਾ ਮਾਣ, ਜਿਨ ਸੇਵਿਆ ਤਿਨ ਪਾਇਆ ਮਾਨ। ਵਿੱਚ ਦੁਨੀਆ ਸੇਵ ਕਮਾਈਐ, ਤੋ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁਡਾਈਐ। ਜਿਸ ਨੇ ਵੀ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਉਹਨੂੰ ਮਾਣ ਪ੍ਰਾਪਤ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬੇਅੰਤ ਸਿੱਖ ਸਨ, ਜਿਹੜੇ ਬੜੇ ਪ੍ਰੇਮ ਦੇ ਨਾਲ ਗੁਰੂ ਘਰ ਦੀ ਸੇਵਾ ਵੀ ਕਰਦੇ ਸਨ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਪਰ ਉਹਨਾਂ ਵਿੱਚੋਂ ਪਾਈ ਲਹਿਣਾ ਉਹ ਗੁਰਸਿੱਖ ਹੋਇਆ ਹੈ
ਜਿਸ ਨੇ ਐਨ ਮਨੋ ਤਨੋ ਗੁਰੂ ਮਹਾਰਾਜ ਦੀ ਸੇਵਾ ਕੀਤੀ। ਮਨੋ ਤਨੋ ਸੇਵਾ ਹੀ ਨਹੀਂ ਕੀਤੀ, ਬਲਕਿ ਤਨ ਮਨ ਧਨ ਸਭ ਸੌਂਪ ਗੁਰ ਕੋ, ਹੋਕੋ ਮੰਨਿਆ ਪਾਈਐ। ਇਹਨਾਂ ਬਚਨਾਂ ਤੇ ਪੂਰਨ ਪਹਿਰਾ ਵੀ ਦਿੱਤਾ। ਆਪਣੇ ਤਨ ਨੂੰ, ਆਪਣੇ ਮਨ ਨੂੰ, ਆਪਣੇ ਧਨ ਨੂੰ ਆਪਣਾ ਨਹੀਂ ਜਾਣਿਆ, ਗੁਰੂ ਦਾ ਸਮਝਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਇਹ ਕਹਿ ਦਿੱਤਾ, ਪੁਰਖਾ ਅੱਧੀ ਰਾਤ ਨੂੰ ਕੱਪੜੇ ਧੋ ਕੇ ਲਿਆ, ਤਾਂ ਭਾਈ ਲਹਿਣੇ ਨੇ ਇਹ ਨਹੀਂ ਆਖਿਆ ਹੁਣ ਅੱਧੀ ਰਾਤ ਹੈ, ਹੁਣ ਕੋਈ ਕੱਪੜੇ ਧੋਣ ਦਾ ਸਮਾਂ ਹੈ, ਨਹੀਂ, ਸਤ ਬਚਨ। ਤੇ ਫਿਰ ਵੇਖ ਲਓ ਉਹਨੂੰ ਮਾਣ ਵੀ ਕਿੰਨਾ ਪ੍ਰਾਪਤ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਖੀਰ ਦੇ ਉੱਤੇ ਭਾਈ ਲਹਿਣੇ ਨੂੰ ਪੁੱਛਿਆ, ਭਾਈ ਲਹਿਣਿਆ ਤੈਨੂੰ ਦੱਸ ਕੀ ਚਾਹੀਦਾ ਹੈ? ਤੇ ਭਾਈ ਲਹਿਣੇ ਨੇ ਆਖਿਆ, ਸੱਚੇ ਪਾਤਸ਼ਾਹ ਬਸ ਮੈਨੂੰ ਆਪਣੇ ਚਰਨਾਂ ਵਿੱਚ, ਆਪਣੇ ਘਰ ਦੇ ਵਿੱਚ ਰਹਿਣ ਲਈ ਥਾਂ ਦੇ ਦਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੰਨੇ ਪ੍ਰਸੰਨ ਹੋਏ, ਕਹਿਣ ਲੱਗੇ, ਭਾਈ ਲਹਿਣਿਆ ਤੂੰ ਸਾਡੇ ਘਰ ਵਿੱਚ ਨਹੀਂ, ਤੂੰ ਸਾਡੇ ਹਿਰਦੇ ਵਿੱਚ ਵਸਦਾ। ਅੱਛਾ, ਅਸੀਂ ਵੀ ਇਸ ਗੱਲ ਦੀ ਭਾਲ ਕਰਦੇ ਸਾਂ ਬਈ ਸਾਨੂੰ ਵੀ ਕੋਈ ਇਹੋ ਜਿਹੀ ਜਗ੍ਹਾ ਮਿਲ ਜਾਵੇ, ਇਹੋ ਜਿਹਾ ਉੱਤਰਾਧਿਕਾਰੀ ਮਿਲ ਜਾਵੇ, ਇਹੋ ਜਿਹਾ ਜਾਨਸ਼ੀਨ ਮਿਲ ਜਾਵੇ। ਉਹ ਸਾਨੂੰ ਵੀ ਮਿਲ ਗਿਆ। ਹੁਣ ਤੇਰਾ ਵਾਸਾ ਮੇਰੇ ਵਿੱਚ ਹੈ ਤੇ ਮੇਰਾ ਵਾਸਾ ਤੇਰੇ ਵਿੱਚ ਹੋਵੇਗਾ। ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਬਣਾ ਦਿੱਤਾ। ਜਿਨ ਸੇਵਿਆ ਤਿਨ ਪਾਇਆ ਮਾਨ। ਜਿਸ ਨੇ ਸੇਵਾ ਕੀਤੀ ਉਸ ਨੇ ਮਾਣ ਪ੍ਰਾਪਤ ਕੀਤਾ। ਉਸ ਤੋਂ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ। 72 ਸਾਲ ਦੀ ਵਡੇਰੀ ਉਮਰ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ। ਨਹੀਂ ਤੇ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, 60 ਕੇ ਬੁਢੇਪਾ ਆਵੇ, ਵੀ 60 ਸਾਲ ਦੀ ਉਮਰ ਤੋਂ ਬਾਅਦ ਬੁਢੇਪਾ ਸ਼ੁਰੂ ਹੋ ਜਾਂਦਾ ਹੈ। ਔਸਤਨ ਹੁਣ ਵੀ 60 ਸਾਲ ਤੋਂ ਬਾਅਦ 'ਚ ਕੰਮ ਵੀ ਆਦਮੀ ਕਰਨਾ ਛੱਡ ਦਿੰਦਾ ਹੈ, ਔਰ ਹੁਣ ਵੀ 60 ਸਾਲ ਤੋਂ ਬਾਅਦ ਬੁਢੇਪਾ ਸ਼ੁਰੂ ਹੁੰਦਾ ਮੰਨਿਆ ਗਿਆ ਹੈ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੀ ਉਹ ਪੰਕਤੀ ਸਫਲੀ ਕਰ ਦਿਖਾਈ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਜਿਨ੍ਹਾਂ ਦੀ ਸੁਰਤ ਵਿੱਚ ਆਤਮਾ ਗਿਆਨ ਪ੍ਰਗਟ ਹੋ ਜਾਂਦਾ ਹੈ, ਉਹ ਗੁਰਮੁਖ ਕਦੇ ਬੁੱਢੇ ਨਹੀਂ ਹੁੰਦੇ। ਬੁੱਢੇ ਤੋਂ ਮੁਰਾਦ ਹੈ ਆਲਸੀ, ਦਲਿਦਰੀ, ਨਕੰਮੇ, ਨਿਰਬਲ, ਕਮਜ਼ੋਰ, ਉਹ ਨਹੀਂ ਹੁੰਦੇ। ਜਿਨ੍ਹਾਂ ਦੀ ਸੁਰਤ ਵਿੱਚ ਗਿਆਨ ਪੈਦਾ ਹੋ ਜਾਂਦਾ ਹੈ ਤੇ ਫਿਰ ਉਹ ਗੁਰਮੁਖ ਹਰ ਵੇਲੇ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦੇ ਨੇ। ਉਹ ਆਪਣਾ ਨਿਤਨੇਮ, ਆਪਣਾ ਸਿਮਰਨ, ਆਪਣਾ ਪੂਜਾ ਪਾਠ ਦਾ ਸਮਾਂ ਬਿਲਕੁਲ ਨਹੀਂ ਖਿੰਝਾਉਂਦੇ। ਉਹਨਾਂ ਤੇ ਵਾਹਿਗੁਰੂ ਦੀ ਐਸੀ ਕਿਰਪਾ ਹੁੰਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ 72 ਸਾਲ ਦੀ ਉਮਰ ਦੇ ਵਿੱਚ ਆ ਕੇ ਸੇਵਾ ਆਰੰਭ ਕੀਤੀ। ਲਗਾਤਾਰ 12 ਸਾਲ ਉਹ ਕਠਨ ਸੇਵਾ ਕੀਤੀ ਜਿਸ ਨੂੰ ਹਰ ਕੋਈ ਕਰ ਹੀ ਨਹੀਂ ਸਕਦਾ। ਅੱਧੀ ਰਾਤ ਨੂੰ ਉੱਠਣਾ, ਖਡੂਰ ਸਾਹਿਬ ਜੀ ਤੋਂ ਇੱਕ ਖਾਲੀ ਗਾਗਰ ਲੈ ਕੇ ਫਿਰ ਗੋਇੰਦਵਾਲ ਸਾਹਿਬ ਬਿਆਸ ਦਰਿਆ ਦੇ ਪੱਤਨ ਤੇ ਜਾਣਾ, ਬਿਆਸ ਦਰਿਆ ਦਾ ਨਿਰਮਲ ਜਲ ਭਰ ਕੇ ਸਵਾ ਪੈਰ ਦੇ ਤੜਕੇ ਤੋਂ ਪਹਿਲਾਂ ਫਿਰ ਖਡੂਰ ਸਾਹਿਬ ਪਹੁੰਚ ਜਾਣਾ ਔਰ ਉੱਥੇ ਆ ਕੇ ਸਤਿਗੁਰੂ ਮਹਾਰਾਜ ਦਾ ਇਸ਼ਨਾਨ ਕਰਵਾਉਣਾ। ਕਿੰਨੀ ਕਠਨ ਸੇਵਾ ਸੀ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਪਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ 12 ਸਾਲ ਬਿਲਾ ਨਾਗਾ ਉਹ ਸੇਵਾ ਕੀਤੀ। ਤੇ ਫਿਰ ਵੇਖ ਲਓ, ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ। ਹਜ਼ੂਰ ਨੇ 12 ਹੀ ਵਰਦਾਨ ਬਖਸ਼ੇ। ਤੁਸੀਂ ਨਿਮਾਣਿਆਂ ਦੇ ਮਾਣ ਹੋਵੋਗੇ, ਨਤਾਣਿਆਂ ਦੇ ਤਾਣ ਹੋਵੋਗੇ, ਨੋਟੀਆਂ ਦੀ ਓਟ ਹੋਵੋਗੇ, ਨਤਰਿਆਂ ਦੀ ਤਿਰ ਹੋਵੋਗੇ, ਨਗਤਿਆਂ ਦੀ ਗੱਤ ਹੋਵੋਗੇ। ਇਸ ਤਰ੍ਹਾਂ ਦੇ 12 ਵਰਦਾਨ ਬਖਸ਼ੇ ਤੇ ਨਾਲ ਹੀ ਉਹਨਾਂ ਨੂੰ ਗੁਰਤਾ ਦਾ ਤਖਤ ਵੀ ਸੰਭਾਲ ਦਿੱਤਾ। ਜਿਨ ਸੇਵਿਆ ਤਿਨ ਪਾਇਆ ਮਾਨ।
ਜਿਨ੍ਹਾਂ ਨੇ ਭਾਈ ਇਸ ਤਰ੍ਹਾਂ ਸੇਵਾ ਕੀਤੀ ਤੇ ਉਹਨਾਂ ਨੂੰ ਮਾਣ ਪ੍ਰਾਪਤ ਹੋਇਆ। ਇਹ ਤੇ ਹੈ ਨਾ ਉੱਤਰਾਅਧਿਕਾਰੀ ਗੁਰੂਆਂ ਦੀ ਗੱਲ। ਤੇ ਭਾਈ ਜਿਨ੍ਹਾਂ ਗੁਰਸਿੱਖਾਂ ਨੇ ਵੀ ਸੇਵਾ ਕੀਤੀ ਉਹਨਾਂ ਨੂੰ ਵੀ ਗੁਰੂ ਘਰ ਵੱਲੋਂ ਮਾਣ ਪ੍ਰਾਪਤ ਹੋਇਆ। ਭਾਈ ਬਹਿਲੋ ਨੇ ਸੇਵਾ ਕੀਤੀ, ਸਤਿਗੁਰੂ ਨੇ ਆਖਿਆ ਭਾਈ ਬਹਿਲੋ ਸਭ ਤੋਂ ਪਹਿਲੋ। ਜੇ ਭਾਈ ਮੰਝ ਨੇ ਸੇਵਾ ਕੀਤੀ ਤਾਂ ਸਤਿਗੁਰੂ ਨੇ ਕਹਿ ਦਿੱਤਾ ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਜੇ ਭਾਈ ਬਿਧੀ ਚੰਦ ਨੇ ਘੋੜੇ ਲਿਆਉਣ ਦੀ ਸੇਵਾ ਕੀਤੀ ਤਾਂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਜੇ ਭਾਈ ਜੈਤਾ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਲਿਆਉਣ ਦੀ ਮਹਾਨ ਕਠਨ ਸੇਵਾ ਕੀਤੀ ਤਾਂ ਗੋਬਿੰਦ ਰਾਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਰੰਗਰੇਟੇ ਗੁਰੂ ਕੇ ਬੇਟੇ। ਇਉਂ ਜਨ ਸੇਵਿਆ ਤਨ ਪਾਇਆ ਮਾਨ। ਬਈ ਜਿਨ੍ਹਾਂ ਨੇ ਵੀ ਸੇਵਾ ਕੀਤੀ ਤੇ ਉਹਨਾਂ ਨੂੰ ਅਕਾਲ ਪੁਰਖ ਦੇ ਦਰ ਤੋਂ ਮਾਣ ਸਨਮਾਨ ਆਦਰ ਪ੍ਰਾਪਤ ਹੋਇਆ। ਨਾਨਕ ਗਾਵੀਐ ਗੁਣੀ ਨਿਧਾਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਗੁਣੀ ਨਿਧਾਨ ਗੁਣਾਂ ਦੇ ਖਜ਼ਾਨੇ, ਉਸ ਗੁਣਾਂ ਦੇ ਸਮੁੰਦਰ, ਉਸ ਗੁਣਾਂ ਦੇ ਭੰਡਾਰ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਹਮੇਸ਼ਾ ਲਈ ਗਾਉਂਦੇ ਰਹਿਣਾ ਚਾਹੀਦਾ ਹੈ। ਇੱਕ ਪਾਸੇ ਨਾਮ ਹੈ, ਦੂਜੇ ਪਾਸੇ ਕੀਰਤਨ ਹੈ। ਨਾਮ ਤੇ ਕੀਰਤਨ ਕਲਯੁਗ ਦੇ ਪ੍ਰਧਾਨ ਸਾਧਨ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਸਿੱਖ ਨੂੰ ਰਾਜ ਯੋਗ ਬਖਸ਼ਿਆ, ਪਰ ਉਸ ਰਾਜ ਯੋਗ ਦਾ ਸੰਬੰਧ ਨਾਮ ਤੇ ਕੀਰਤਨ ਦੇ ਨਾਲ ਹੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਹਨ ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਜਦੋਂ ਅਸੀਂ ਨਾਮ ਜਪਦੇ ਹਾਂ ਤੇ ਸਾਨੂੰ ਰਾਜਿਆਂ ਵਾਲੀ ਲੀਲਾ ਮੌਜ ਆਨੰਦ ਪ੍ਰਾਪਤ ਹੋ ਜਾਂਦਾ ਹੈ। ਤੇ ਜਦੋਂ ਕੀਰਤਨ ਦੇ ਨਾਲ ਸੁਰਤ ਜੁੜਦੀ ਹੈ, ਜੋਗ ਬਣਿਆ ਤੇਰਾ ਕੀਰਤਨ ਗਾਈ, ਉਸ ਵੇਲੇ ਯੋਗ ਦਾ ਵੀ ਆਨੰਦ ਪ੍ਰਾਪਤ ਹੋ ਜਾਂਦਾ। ਹਜ਼ੂਰ ਕਹਿੰਦੇ ਨੇ ਨਾਨਕ ਗਾਵੀਐ ਗੁਣੇ ਨਿਧਾਨ। ਬਈ ਉਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਲਈ ਗਾਉਂਦੇ ਰਹਿਣਾ ਚਾਹੀਦਾ ਹੈ। ਨਾ ਸਾਨੂੰ ਜਗ ਕਰਨ ਦੀ ਲੋੜ ਹੈ, ਨਾ ਜੋ ਕਰਨ ਦੀ ਲੋੜ ਹੈ। ਬਸ ਨਾਮ ਤੇ ਕੀਰਤਨ ਦੇ ਨਾਲ ਜੁੜੋ। ਇਹ ਸਤਿਗੁਰੂ ਨੇ ਬਹੁਤ ਹੀ ਅਮੋਲਕ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ ਹਨ। ਗਾਵੀਐ ਸੁਣੀਐ ਮਨ ਰੱਖੀਐ ਭਾਉ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਨੂੰ ਗਾਉਣ ਦਾ ਤੇ ਸੁਣਨ ਦਾ ਤਰੀਕਾ ਵੀ ਦੱਸੋ, ਕਿਵੇਂ ਵਾਹਿਗੁਰੂ ਦੇ ਜਸ ਨੂੰ ਗਾਈਏ ਤੇ ਕਿਵੇਂ ਸੁਣੀਏ। ਇੱਕ ਛੋਟੀ ਜੀ ਉਦਾਹਰਣ ਯਾਦ ਆ ਗਈ। ਕਲਗੀਧਰ ਪਾਤਸ਼ਾਹ ਦਾ ਦੀਵਾਨ ਸਜਿਆ ਹੋਇਆ ਹੈ। ਕੁਝ ਸਿੰਘਾਂ ਨੇ ਚੋਜੀ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਸੀਂ ਬਾਣੀ ਪੜ੍ਹਦੇ ਹਾਂ, ਸੁਣਦੇ ਵੀ ਜ਼ਰੂਰ ਹਾਂ, ਪਰ ਕੋਈ ਆਨੰਦ ਨਹੀਂ ਆਉਂਦਾ, ਕੋਈ ਗੱਲ ਨਹੀਂ ਬਣਦੀ, ਅੰਦਰੋਂ ਤੇ ਮਨ ਰੁੱਖਾ ਰੁੱਖਾ ਹੀ ਰਹਿੰਦਾ ਹੈ। ਕਲੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਖਾਲਸਾ ਜੀ ਗਰਮੀ ਦੀ ਮੌਸਮ ਹੈ, ਸ਼ਰਦਾਈ ਤਿਆਰ ਕਰੋ। ਸਿੰਘਾਂ ਨੇ ਸਤਿਗੁਰੂ ਦਾ ਬਚਨ ਮੰਨਿਆ, ਸ਼ਰਦਾਈ ਤਿਆਰ ਕਰ ਲਈ। ਚੋਜੀ ਪਾਤਸ਼ਾਹ ਨੂੰ ਕਹਿਣ ਲੱਗੇ ਮਹਾਰਾਜ ਸ਼ਰਦਾਈ ਤਿਆਰ ਹੈ, ਹੁਣ ਕੀ ਹੁਕਮ ਹੈ। ਗਰੀਬ ਨਵਾਜ ਸਤਿਗੁਰੂ ਕਹਿਣ ਲੱਗੇ ਖਾਲਸਾ ਜੀ ਅੱਜ ਤੁਸਾਂ ਸ਼ਰਦਾਈ ਨੂੰ ਪੀਣਾ ਨਹੀਂ, ਇਹਦੀਆਂ ਕੁਰਲੀਆਂ ਕਰਨੀਆਂ ਹਨ। ਸਾਰੇ ਸਿੰਘ ਹੈਰਾਨ ਨੇ ਵੀ ਸਤਿਗੁਰੂ ਦਾ ਕੀ ਕੌਤਕ ਹੈ। ਅੱਗੇ ਰੋਜ਼ ਸ਼ਰਦਾਈ ਰਗੜ ਕੇ ਪੀਂਦੇ ਸਾਂ, ਪਰ ਅੱਜ ਸਤਿਗੁਰੂ ਕਹਿੰਦੇ ਕੁਰਲੀਆਂ ਹੀ ਕਰਨੀਆਂ ਨੇ। ਚਲੋ ਬਚਨ ਤੇ ਮੰਨਣਾ ਹੀ ਸੀ, ਸਭ ਨੇ ਕੁਰਲੀਆਂ ਕੀਤੀਆਂ।